ਮੇਰਾ ਪਤੀ ਮੇਰੀ 14 ਸਾਲ ਦੀ ਧੀ ਨੂੰ ਬਹੁਤ ਪਿਆਰ ਕਰਦਾ ਸੀ ਅਤੇ ਕਹਿੰਦਾ ਸੀ ਕਿ ਉਹ ਉਸ ਨੂੰ ਪੜ੍ਹਾ ਲਿਖਾ ਕੇ ਡਾਕਟਰ ਬਣਾਵੇਗਾ। ਜਦੋਂ ਕਿ ਮੈਂ ਇਹ ਸਭ ਦੇਖ ਕੇ ਬਹੁਤ ਡਰ ਜਾਂਦੀ, ਕਿਉਂਕਿ ਮੇਰਾ ਪਤੀ ਉਸ ਦਾ ਮਤਰੇਆ ਪਿਤਾ ਸੀ। ਪਤਾ ਨਹੀਂ ਕਿਉਂ ਮੈਂ ਹਰ ਵੇਲੇ ਆਪਣੇ ਪਤੀ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦੀ ਰਹਿੰਦੀ। ਮੇਰੇ ਪਤੀ ਨੇ ਜ਼ਬਰਦਸਤੀ ਮੇਰੀ ਧੀ ਨੂੰ ਸਕੂਲ ਵਿੱਚ ਦਾਖਲਾ ਕਰਵਾਇਆ, ਪਰ ਹਰ ਦੂਜੇ ਦਿਨ ਮੇਰੀ ਧੀ ਸਕੂਲ ਵਿੱਚ ਬੇਹੋਸ਼ ਹੋ ਜਾਂਦੀ ਅਤੇ ਮੇਰੇ ਪਤੀ ਦੇ ਨੰਬਰ ਤੇ ਕਾਲ ਆਉਂਦੀ ਸੀ ਕਿ ਉਹ ਸਕੂਲ ਆ ਕੇ ਆਪਣੀ ਧੀ ਨੂੰ ਲੈ ਜਾਣ। ਜਦੋਂ ਉਹ ਘਰ ਆਉਂਦੀ ਤਾਂ ਉਸ ਦੀ ਹਾਲਤ ਬਹੁਤ ਖਰਾਬ ਹੁੰਦੀ। ਹੁਣ ਅਜਿਹਾ ਅਕਸਰ ਹੋਣ ਲੱਗਾ। ਇੱਕ ਦਿਨ ਮੈਂ ਆਪਣੀ ਧੀ ਦਾ ਬੈਗ ਖੋਲ੍ਹਿਆ ਅਤੇ ਨੋਟਬੁੱਕ ਚੈੱਕ ਕੀਤੀ। ਟੀਚਰ ਨੇ ਇਸ ਤੇ ਲਿਖਿਆ ਸੀ ਕਿ ਤੁਹਾਡੀ ਬੇਟੀ ਹਰ ਰੋਜ਼ 1 ਘੰਟਾ ਲੇਟ ਸਕੂਲ ਆਉਂਦੀ ਹੈ ਅਤੇ ਤੁਸੀਂ ਸਕੂਲ ਵਿੱਚ ਆਓ, ਮੈਂ ਤੁਹਾਨੂੰ ਕੁਝ ਦਿਖਾਉਣਾ ਚਾਹੁੰਦੀ ਹਾਂ। ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ, ਕਿਉਂਕਿ ਮੇਰਾ ਪਤੀ ਮੇਰੀ ਧੀ ਨੂੰ ਹਰ ਰੋਜ਼ ਸਮੇਂ ਸਿਰ ਸਕੂਲ ਛੱਡਦਾ ਸੀ। ਫਿਰ ਅਜਿਹਾ ਕਿਵੇਂ ਹੋ ਸਕਦਾ ਸੀ? ਉਸੇ ਦਿਨ ਮੈਂ ਆਪਣੇ ਪਤੀ ਤੋਂ ਛੁਪ ਕੇ ਸਕੂਲ ਗਈ ਅਤੇ ਅਧਿਆਪਕ ਨੂੰ ਮਿਲੀ। ਉਸਨੇ ਅਲਮਾਰੀ ਖੋਲ੍ਹੀ ਅਤੇ ਮੇਰੀ ਧੀ ਦੀ ਇੱਕ ਅਜਿਹੀ ਚੀਜ਼ ਦਿਖਾਈ ਜਿਸ ਨੂੰ ਦੇਖ ਕੇ ਮੇਰੇ ਹੋਸ਼ ਉੱਡ ਗਏ। ਮੇਰਾ ਨਾਮ ਅਮਰੀਨ ਹੈ। ਮੈਂ ਬਹੁਤ ਸੁੰਦਰ ਸੀ, ਪਰ ਮੇਰੀ ਕਿਸਮਤ ਮੇਰੇ ਵਰਗੀ ਸੁੰਦਰ ਨਹੀਂ ਸੀ। ਮੇਰਾ ਵਿਆਹ ਇੱਕ ਅਜਿਹੇ ਆਦਮੀ ਨਾਲ ਹੋਇਆ ਸੀ ਜੋ ਮੇਰੇ ਨਾਲ ਬਹੁਤ ਦੁਰਵਿਹਾਰ ਕਰਦਾ ਸੀ ਅਤੇ ਮੈਨੂੰ ਰੋਜ਼ ਮਾਰਦਾ ਸੀ। ਉਹ ਹਰ ਰੋਜ਼ ਮੈਨੂੰ ਬਹੁਤ ਤੰਗ ਕਰਦਾ ਸੀ ਅਤੇ ਬਿਨਾਂ ਕਿਸੇ ਕਾਰਨ ਛੋਟੀਆਂ-ਛੋਟੀਆਂ ਗੱਲਾਂ ਤੋਂ ਉਸ ਨੂੰ ਆਪਣੇ ਆਪ ਹੀ ਬੁਰਾ ਲੱਗ ਜਾਂਦਾ ਸੀ। ਕੀ ਤੁਸੀਂ ਅੱਜ ਚੰਗਾ ਖਾਣਾ ਨਹੀਂ ਬਣਾਇਆ? ਅੱਜ ਤੁਸੀਂ ਮੇਰੇ ਕੱਪੜੇ ਠੀਕ ਤਰ੍ਹਾਂ ਪ੍ਰੈਸ ਨਹੀਂ ਕੀਤੇ? ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਮੈਨੂੰ ਮਾਰ ਕੇ ਉਸ ਨੂੰ ਕੀ ਮਿਲਦਾ ਸੀ। ਪਰ ਜਦੋਂ ਮੇਰਾ ਵਿਆਹ ਹੋਇਆ ਤਾਂ ਮੈਨੂੰ ਸਮਝਾਇਆ ਗਿਆ ਸੀ ਕਿ ਬੇਟਾ, ਹੁਣ ਤੁਸੀਂ ਉਸ ਘਰ ਜਾ ਰਹੇ ਹੋ, ਉਸ ਘਰ ਵਿੱਚੋਂ ਸਿਰਫ ਤੇਰੀ ਲਾਸ਼ ਹੀ ਨਿਕਲੇਗੀ। ਇਸ ਲਈ ਮੈਂ ਕਿਸੇ ਨੂੰ ਨਹੀਂ ਦੱਸਿਆ ਕਿ ਉੱਥੇ ਮੇਰੇ ਨਾਲ ਕੀ ਹੁੰਦਾ ਹੈ। ਮੈਂ ਸੋਚਿਆ ਕਿ ਇਹ ਸਭ ਆਮ ਹੈ। ਇਹ ਮੇਰਾ ਪਹਿਲਾ ਵਿਆਹ ਸੀ, ਪਰ ਮੈਨੂੰ ਨਹੀਂ ਪਤਾ ਸੀ ਕਿ ਇਹ ਸਭ ਕੁਝ ਆਮ ਨਹੀਂ ਸੀ। ਜਿਸ ਤਰ੍ਹਾਂ ਮੇਰਾ ਪਤੀ ਮੈਨੂੰ ਕੁੱਟਦਾ ਮਾਰਦਾ ਸੀ, ਕੋਈ ਵੀ ਆਪਣੀ ਪਤਨੀ ਨੂੰ ਇਸ ਤਰ੍ਹਾਂ ਨਹੀਂ ਕੁੱਟਦਾ। ਉਹ ਮੈਨੂੰ ਇਸ ਤਰ੍ਹਾਂ ਕੁੱਟਦਾ ਸੀ ਜਿਵੇਂ ਉਹ ਪੁਲਿਸ ਵਾਲਾ ਹੋਵੇ ਅਤੇ ਮੈਂ ਕੋਈ ਅਪਰਾਧੀ ਜਿਸ ਨੂੰ ਉਹ ਦੋਸ਼ੀ ਠਹਿਰਾਉਣਾ ਚਾਹੁੰਦਾ ਹੋਵੇ। ਮੈਂ ਚੁੱਪਚਾਪ ਕੁੱਟ ਖਾਂਦੀ ਰਹਿੰਦੀ, ਨਿੱਕੇ-ਨਿੱਕੇ ਜ਼ਖਮਾਂ ਨੂੰ ਛੁਪਾਉਂਦੀ ਰਹਿੰਦੀ। ਜਦੋਂ ਕੋਈ ਵੱਡਾ ਜ਼ਖਮ ਹੁੰਦਾ ਤਾਂ ਮੈਂ ਕਹਿੰਦੀ ਕਿ ਮੈਂ ਡਿੱਗ ਗਈ ਸੀ। ਵਾਹਿਗੁਰੂ ਨੇ ਮੈਨੂੰ ਇੱਕ ਧੀ ਵੀ ਦਿੱਤੀ ਸੀ, ਪਰ ਮੇਰੇ ਪਤੀ ਨੂੰ ਫਿਰ ਵੀ ਸ਼ਰਮ ਨਹੀਂ ਆਈ। ਉਸ ਨੂੰ ਅਹਿਸਾਸ ਨਹੀਂ ਹੋਇਆ ਕਿ ਜਿਸ ਨਾਲ ਮੈਂ ਕੁੱਟਮਾਰ ਕਰ ਰਿਹਾ ਹਾਂ ਉਹ ਵੀ ਕਿਸੇ ਦੀ ਧੀ ਹੈ। ਇਹ ਸਭ ਕੱਲ ਮੇਰੀ ਧੀ ਨਾਲ ਵੀ ਹੋ ਸਕਦਾ ਹੈ। ਜ਼ਿੰਦਗੀ ਇਸ ਤਰ੍ਹਾਂ ਚੱਲ ਰਹੀ ਸੀ। ਮੇਰੇ ਪਤੀ ਨੇ ਮੈਨੂੰ ਇੰਨਾ ਕੁੱਟਿਆ ਕਿ ਮੇਰੀ ਲੱਤ ਤੋੜ ਦਿੱਤੀ ਅਤੇ ਉਸੇ ਦਿਨ ਮੇਰਾ ਇੱਕ ਭਰਾ ਜੋ ਵਿਦੇਸ਼ ਰਹਿੰਦਾ ਸੀ ਅਚਾਨਕ ਮੈਨੂੰ ਮਿਲਣ ਆਇਆ। ਉਸਨੇ ਇਹ ਸਭ ਦੇਖਿਆ। ਉਸਨੇ ਕਿਹਾ ਕਿ ਮੈਂ ਆਪਣੀ ਭੈਣ ਨੂੰ ਇੱਥੇ ਨਹੀਂ ਰਹਿਣਾ ਦਿਆਂਗਾ। ਉਹ ਮੈਨੂੰ ਨਾਲ ਲੈ ਕੇ ਜਾਣਾ ਚਾਹੁੰਦਾ ਸੀ। ਮੇਰੇ ਪਤੀ ਨੇ ਇਹ ਵੀ ਕਿਹਾ ਕਿ ਜੇਕਰ ਉਹ ਵਾਪਸ ਚਲੀ ਗਈ ਤਾਂ ਮੈਂ ਉਸ ਨੂੰ ਤਲਾਕ ਦੇ ਦਿਆਂਗਾ। ਮੇਰੇ ਭਰਾ ਨੇ ਕਿਹਾ, ਮੈਨੂੰ ਤਲਾਕ ਭੇਜ ਦਿਓ, ਫਿਰ ਮੈਂ ਤੁਹਾਨੂੰ ਠੀਕ ਕਰਾਂਗਾ। ਮੇਰੇ ਪਤੀ ਨੇ ਗੁੱਸੇ 'ਚ ਆ ਕੇ ਮੈਨੂੰ ਤਲਾਕ ਦੇ ਦਿੱਤਾ ਅਤੇ ਫਿਰ ਮੇਰੇ ਭਰਾ ਨੇ ਉਸ ਤੇ ਕੇਸ ਦਰਜ ਕਰਵਾਇਆ ਕਿ ਉਸਨੇ ਸਾਡੀ ਭੈਣ ਨੂੰ ਬਹੁਤ ਤਸੀਹੇ ਦਿੱਤੇ ਹਨ, ਉਸ ਦੀ ਲੱਤ ਤੋੜ ਦਿੱਤੀ ਹੈ ਅਤੇ ਉਸ ਨਾਲ ਬਹੁਤ ਕੁੱਟਮਾਰ ਕੀਤੀ ਹੈ। ਹੁਣ ਮੈਂ ਪਹਿਲਾਂ ਵਾਂਗ ਠੀਕ ਤਰ੍ਹਾਂ ਨਾਲ ਤੁਰ ਵੀ ਨਹੀਂ ਸਕਦੀ ਸੀ, ਕਿਉਂਕਿ ਮੇਰੀਆਂ ਲੱਤਾਂ ਵਿੱਚ ਬਹੁਤ ਦਰਦ ਰਹਿੰਦਾ ਸੀ ਅਤੇ ਮੈਂ ਲੰਗੜਾ ਕੇ ਚੱਲਦੀ ਸੀ। ਫਿਰ ਵੀ ਮੈਂ ਦੁਬਾਰਾ ਵਿਆਹ ਕਰਵਾ ਲਿਆ ਅਤੇ ਹੁਣ ਮੈਂ ਇੱਕ ਚੰਗੇ ਆਦਮੀ ਨਾਲ ਵਿਆਹ ਕਰਵਾ ਲਿਆ ਸੀ। ਸਾਰੇ ਹੈਰਾਨ ਸਨ ਕਿ ਮੇਰੇ ਵਰਗੀ ਕੁੜੀ ਨੇ ਵੀ ਦੂਜੀ ਵਾਰ ਵਿਆਹ ਕਰਵਾ ਲਿਆ। ਮੇਰਾ ਦੂਜਾ ਪਤੀ ਪਹਿਲਾਂ ਹੀ ਵਿਆਹਿਆ ਹੋਇਆ ਸੀ, ਪਰ ਉਸ ਦੀ ਕੋਈ ਔਲਾਦ ਨਹੀਂ ਸੀ। ਉਹ ਜ਼ਿਆਦਾ ਉਮਰ ਦਾ ਵੀ ਨਹੀਂ ਲੱਗਦਾ ਸੀ। ਫਿਰ ਵੀ ਉਸਨੇ ਮੇਰੇ ਨਾਲ ਵਿਆਹ ਕੀਤਾ ਕਿਉਂਕਿ ਉਹ ਮੇਰੇ ਭਰਾ ਦਾ ਦੋਸਤ ਸੀ। ਹਰ ਕੋਈ ਕਹਿ ਰਿਹਾ ਸੀ ਕਿ ਉਹ ਚੰਗਾ ਇਨਸਾਨ ਹੈ, ਇਸ ਲਈ ਉਸਨੇ ਵਿਆਹ ਕਰਵਾ ਲਿਆ। ਸਾਨੂੰ ਵੀ ਰਾਹਤ ਮਿਲੀ। ਵਿਆਹ ਤੋਂ ਬਾਅਦ ਜ਼ਿੰਦਗੀ ਚੰਗੀ ਚੱਲ ਰਹੀ ਸੀ। ਮੇਰਾ ਪਹਿਲਾ ਪਤੀ ਮੈਨੂੰ ਬਹੁਤ ਕੁੱਟਦਾ ਸੀ, ਪਰ ਇਸ ਨੇ ਮੇਰਾ ਬਹੁਤ ਖਿਆਲ ਰੱਖਿਆ। ਜੇ ਕਦੇ ਕਤਾਈ ਥੋੜੀ ਜਿਹੀ ਤਕਰਾਰ ਹੋ ਜਾਂਦੀ ਤਾਂ ਉਹ ਮੇਰੇ ਤੇ ਗੁੱਸਾ ਕਰਦਾ ਤਾਂ ਮੈਨੂੰ ਇੰਨਾ ਬੁਰਾ ਨਹੀਂ ਲੱਗਦਾ ਸੀ, ਪਰ ਮੇਰੇ ਪਿਛਲੇ ਪਤੀ ਨੂੰ ਹਮੇਸ਼ਾ ਮੈਨੂੰ ਕੁੱਟਣ ਦਾ ਬਹਾਨਾ ਚਾਹੀਦਾ ਸੀ। ਮੈਂ ਸਾਰੀ ਉਮਰ ਹਨੇਰੇ ਵਿੱਚ ਹੀ ਗੁਜ਼ਾਰੀ ਸੀ, ਇਸ ਲਈ ਹੁਣ ਮੈਨੂੰ ਆਪਣੀ ਜ਼ਿੰਦਗੀ ਵਿੱਚ ਇਹ ਰੌਸ਼ਨੀ ਬਹੁਤ ਸੋਹਣੀ ਲੱਗ ਰਹੀ ਸੀ ਅਤੇ ਕਦੇ ਕਤਾਈ ਥੋੜਾ ਜਿਹਾ ਵੀ ਹਨੇਰਾ ਦਿਸਦਾ ਤਾਂ ਮੈਨੂੰ ਇੰਨਾ ਡਰ ਨਹੀਂ ਲੱਗਦਾ ਸੀ। ਜ਼ਿੰਦਗੀ ਇਸ ਤਰ੍ਹਾਂ ਚੱਲਣ ਲੱਗੀ। ਜਦੋਂ ਮੈਂ ਆਪਣੇ ਪਹਿਲੇ ਪਤੀ ਤੋਂ ਤਲਾਕ ਲੈ ਲਿਆ ਤਾਂ
ਮੇਰੀ ਬੇਟੀ 5 ਸਾਲ ਦੀ ਸੀ ਅਤੇ ਅੱਜ ਮੇਰੇ ਦੂਜੇ ਵਿਆਹ ਨੂੰ 9 ਸਾਲ ਹੋ ਗਏ ਸਨ। ਮੇਰੀ ਧੀ 14 ਸਾਲ ਦੀ ਹੋ ਗਈ ਸੀ ਅਤੇ ਮੇਰੇ ਨਾਲੋਂ ਜ਼ਿਆਦਾ ਸੁੰਦਰ ਸੀ। ਜਦੋਂ ਮੈਂ ਉਸ ਨੂੰ 5ਵੀਂ ਜਮਾਤ ਤੱਕ ਪੜ੍ਹਾਇਆ ਤਾਂ ਉਸ ਨੂੰ ਵੱਡੇ ਸਕੂਲ ਵਿੱਚ ਦਾਖਲਾ ਕਰਵਾਉਣਾ ਪਿਆ ਅਤੇ ਮੇਰੀ ਲੱਤ ਕਾਰਨ ਮੈਂ ਜ਼ਿਆਦਾ ਸਫ਼ਰ ਨਹੀਂ ਕਰ ਸਕਦੀ ਸੀ। ਮੇਰੇ ਪਤੀ ਵੀ ਮੇਰੀ ਧੀ ਨੂੰ ਬਹੁਤ ਪਿਆਰ ਕਰਦਾ ਸੀ ਅਤੇ ਕਹਿੰਦਾ ਸੀ ਕਿ ਮੈਂ ਉਸ ਨੂੰ ਪੜ੍ਹਾ ਲਿਖਾ ਕੇ ਡਾਕਟਰ ਬਣਾਵਾਂਗਾ। ਮੇਰੇ ਪਤੀ ਨੇ ਉਸ ਨੂੰ ਇੱਕ ਨਵੇਂ ਸਕੂਲ ਵਿੱਚ ਦਾਖਲਾ ਦਿਵਾਇਆ, ਪਰ ਮੇਰੀ ਧੀ ਦੇ 2 ਸਾਲ ਖਰਾਬ ਹੋ ਗਏ ਸਨ। ਜੇਕਰ ਮੇਰੀਆਂ ਇਹ ਸਾਰੀਆਂ ਸਮੱਸਿਆਵਾਂ ਨਾ ਹੁੰਦੀਆਂ ਤਾਂ ਉਹ ਅੱਜ ਕਿਸੇ ਵੱਡੇ ਸਕੂਲ ਵਿੱਚ ਪੜ੍ਹ ਰਹੀ ਹੁੰਦੀ। ਉਹ 14 ਸਾਲ ਦੀ ਉਮਰ ਵਿੱਚ ਅਜੇ 8ਵੀਂ ਜਮਾਤ ਵਿੱਚ ਸੀ। ਮੇਰੀ ਧੀ ਬਹੁਤ ਸੁੰਦਰ ਅਤੇ ਲੰਮੀ ਸੀ। ਉਹ ਆਪਣੀ ਜਮਾਤ ਵਿੱਚ ਸਭ ਨਾਲੋਂ ਉਮਰ ਵਿੱਚ ਵੱਡੀ ਲੱਗਦੀ ਸੀ। ਉਹ ਕਹਿੰਦੀ ਸੀ ਕਿ ਮੰਮੀ, ਕੁੜੀਆਂ ਮੇਰਾ ਮਜ਼ਾਕ ਉਡਾਉਂਦੀਆਂ ਹਨ। ਮੈਂ ਉਸ ਨੂੰ ਚੁੱਪਚਾਪ ਪੜ੍ਹਾਈ ਕਰਨ ਲਈ ਕਿਹਾ, ਕਿਉਂਕਿ ਪੜ੍ਹਾਈ ਕਰਨਾ ਬਹੁਤ ਮਹੱਤਵਪੂਰਨ ਹੈ। ਮੇਰਾ ਪਹਿਲਾ ਪਤੀ ਅਜੀਬ ਸੀ। ਉਹ ਮੇਰੀ ਧੀ ਨੂੰ ਪੜ੍ਹਾਉਣ ਲਈ ਵੀ ਤਿਆਰ ਨਹੀਂ ਸੀ, ਜਿਸ ਕਾਰਨ ਉਸ ਦੇ 2 ਸਾਲ ਬਰਬਾਦ ਹੋ ਗਏ। ਪਰ ਇੱਕ ਗੱਲ ਵੱਡੀ ਅਜੀਬ ਸੀ। ਜਦੋਂ ਤੋਂ ਮੇਰੀ ਧੀ ਨਵੇਂ ਸਕੂਲ ਜਾਣ ਲੱਗੀ ਸੀ, ਹਰ ਦੂਜੇ ਦਿਨ ਬੇਹੋਸ਼ ਹੋ ਜਾਂਦੀ ਸੀ। ਜਦੋਂ ਮੈਨੂੰ ਪਹਿਲੀ ਵਾਰ ਸਕੂਲ ਤੋਂ ਫੋਨ ਆਇਆ ਤਾਂ ਮੈਂ ਬਹੁਤ ਚਿੰਤਤ ਸੀ। ਆਪਣੇ ਪਤੀ ਨੂੰ ਜਲਦੀ ਭੇਜੋ ਅਤੇ ਆਪਣੀ ਧੀ ਨੂੰ ਲੈ ਜਾਓ, ਉਹ ਬੇਹੋਸ਼ ਹੋ ਗਈ ਹੈ। ਮੈਂ ਬਹੁਤ ਪਰੇਸ਼ਾਨ ਸੀ। ਮੇਰੀ ਧੀ ਨੂੰ ਅਚਾਨਕ ਕੀ ਹੋ ਗਿਆ? ਉਸ ਦੀ ਵੀ ਇੱਕ ਬੁਰੀ ਆਦਤ ਸੀ। ਉਹ ਸਵੇਰੇ ਨਾਸ਼ਤਾ ਕਰਕੇ ਨਹੀਂ ਜਾਂਦੀ ਸੀ। ਮੇਰੇ ਪਤੀ ਉਸ ਨੂੰ ਸਕੂਲ ਤੋਂ ਵਾਪਸ ਲੈ ਆਏ, ਪਰ ਇਸ ਵਿੱਚ 2 ਘੰਟੇ ਲੱਗ ਗਏ। ਮੈਂ ਕਿਹਾ, ਤੁਸੀਂ 2 ਘੰਟੇ ਕਿੱਥੇ ਬਿਤਾਏ? ਉਹਨਾਂ ਨੇ ਕਿਹਾ ਕਿ ਸਕੂਲ ਵਾਲੇ ਅਜੀਬੋ-ਗਰੀਬ ਸਵਾਲ ਪੁੱਛ ਰਹੇ ਸਨ। ਸਕੂਲ ਵਾਲੇ ਪੁੱਛ ਰਹੇ ਸਨ ਕਿ ਤੁਸੀਂ ਉਸ ਦੇ ਪਿਤਾ ਹੋ, ਪਰ ਉਸ ਦੇ ਪਿਛਲੇ ਸਰਟੀਫਿਕੇਟ ਤੇ ਕਿਸੇ ਹੋਰ ਦਾ ਨਾਂ ਲਿਖਿਆ ਹੋਇਆ ਹੈ। ਮੈਂ ਦੱਸਿਆ ਕਿ ਮੈਂ ਉਸ ਦਾ ਮਤਰੇਆ ਪਿਤਾ ਹਾਂ। ਇਸ ਲਈ ਸਕੂਲ ਵਾਲਿਆਂ ਨੇ ਮੈਨੂੰ ਕੁਝ ਕਾਗਜ਼ਾਂ ਤੇ ਦਸਤਖਤ ਕਰਨ ਲਈ ਕਿਹਾ ਅਤੇ ਫਿਰ ਲੜਕੀ ਨੂੰ ਕਿਹਾ ਕਿ ਉਹ ਉਸ ਦਾ ਪਿਤਾ ਹੈ। ਜਦੋਂ ਉਸ ਨੇ ਕਿਹਾ ਕਿ ਉਹ ਮੇਰੇ ਪਿਤਾ ਹੈ ਤਾਂ ਉਹਨਾਂ ਨੇ ਲੜਕੀ ਨੂੰ ਮੇਰੇ ਹਵਾਲੇ ਕਰ ਦਿੱਤਾ। ਉੱਥੋਂ ਮੈਂ ਉਸ ਨੂੰ ਡਾਕਟਰ ਕੋਲ ਲੈ ਗਿਆ। ਉਸ ਦੀ ਹਾਲਤ ਬਹੁਤ ਖਰਾਬ ਸੀ। ਡਾਕਟਰ ਕੋਲ ਕਾਫੀ ਭੀੜ ਸੀ। ਇਸ ਸਭ ਕੁਝ 'ਚ 2 ਘੰਟੇ ਲੱਗ ਗਏ, ਪਰ ਹੁਣ ਉਹਨਾਂ ਦੀ ਸਿਹਤ ਪਹਿਲਾਂ ਨਾਲੋਂ ਬਿਹਤਰ ਹੈ। ਮੇਰੀ ਧੀ ਠੀਕ ਹੋ ਗਈ ਸੀ, ਪਰ ਉਸ ਨੂੰ ਬਹੁਤ ਨੀਂਦ ਆ ਰਹੀ ਸੀ। ਮੈਂ ਉਸ ਨੂੰ ਸੌਣ ਲਈ ਕਿਹਾ। ਅਜਿਹਾ ਪਹਿਲਾਂ ਕਦੇ ਨਹੀਂ ਹੋਇਆ। ਇਹ ਉਦੋਂ ਵੀ ਨਹੀਂ ਹੋਇਆ ਸੀ ਜਦੋਂ ਉਹ ਛੋਟੀ ਬੱਚੀ ਸੀ। ਮੇਰੀ ਅਸਲ ਮੁਸੀਬਤ ਉਦੋਂ ਸ਼ੁਰੂ ਹੋਈ ਜਦੋਂ ਅਗਲੇ ਹਫ਼ਤੇ ਉਹੀ ਗੱਲ ਹੋਈ। ਫਿਰ ਮੇਰਾ ਪਤੀ ਮੇਰੀ ਧੀ ਨੂੰ ਡਾਕਟਰ ਕੋਲ ਲੈ ਗਿਆ। ਮੇਰਾ ਪਤੀ ਮੇਰੀ ਧੀ ਨੂੰ ਲੈਣ ਗਿਆ ਸੀ। ਪਤੀ ਨੇ ਕਿਹਾ ਕਿ ਡਾਕਟਰ ਨੇ ਕਿਹਾ ਹੈ ਕਿ ਉਹ ਕਮਜ਼ੋਰ ਹੈ, ਉਹ ਅਨੀਮੀਆ ਤੋਂ ਪੀੜਤ ਹੈ, ਉਸ ਨੂੰ ਚੰਗੀ ਖੁਰਾਕ ਦਿਓ। ਮੈਂ ਆਪਣੀ ਧੀ ਦੀ ਸਿਹਤ ਦਾ ਖਿਆਲ ਰੱਖਣਾ ਸ਼ੁਰੂ ਕਰ ਦਿੱਤਾ। ਪੈਸੇ ਦੀ ਵੀ ਕੋਈ ਸਮੱਸਿਆ ਨਹੀਂ ਸੀ। ਵਾਹਿਗੁਰੂ ਦਾ ਸ਼ੁਕਰ ਹੈ, ਸਾਨੂੰ ਕਿਸੇ ਤੋਂ ਮੰਗਣਾ ਦੀ ਲੋੜ ਨਹੀਂ ਸੀ। ਘਰ ਦਾ ਚੰਗਾ ਖਾਣਾ ਪੀਣਾ ਸੀ। ਮੈਂ ਆਪਣੀ ਧੀ ਦੀ ਖੁਰਾਕ ਦਾ ਧਿਆਨ ਰੱਖਣਾ ਸ਼ੁਰੂ ਕਰ ਦਿੱਤਾ। ਮੈਂ ਉਸ ਤੋਂ ਕੋਈ ਕੰਮ ਨਹੀਂ ਕਰਵਾਇਆ। ਸਕੂਲ ਵਾਲਿਆਂ ਨੂੰ ਕਿਹਾ ਕਿ ਉਹ ਉਸ ਨੂੰ ਘੱਟ ਹੋਮਵਰਕ ਦੇਣ। ਮੈਂ ਬਹੁਤ ਪੜ੍ਹੀ ਲਿਖੀ ਨਹੀਂ ਸੀ, ਪਰ ਮੈਂ ਥੋੜਾ ਪੜ੍ਹ ਲੈਂਦੀ ਸੀ। ਇਸ ਲਈ ਮੈਂ ਆਪਣੇ ਪਤੀ ਨੂੰ ਕਿਹਾ, ਮੇਰੀ ਤਰਫੋਂ ਸਕੂਲ ਦੀ ਡਾਇਰੀ ਵਿੱਚ ਇੱਕ ਨੋਟ ਲਿਖੋ ਤਾਂ ਜੋ ਉਸ ਨੂੰ ਘੱਟ ਕੰਮ ਦਿੱਤਾ ਜਾ ਸਕੇ। ਇੰਨੀ ਦਿਨੀ ਉਹਨਾਂ ਦੀ ਸਿਹਤ ਕਾਫੀ ਖਰਾਬ ਹੈ। ਉਸ ਨੇ ਕਾਪੀ ਤੇ ਲਿਖ ਕੇ ਵੀ ਦੇ ਦਿੱਤਾ। ਮੇਰੀ ਧੀ ਹੁਣ ਚੁੱਪ ਰਹਿਣ ਲੱਗੀ, ਨਾ ਕੁਝ ਬੋਲਦੀ ਤੇ ਨਾ ਕੁਝ ਦੱਸਦੀ। ਉਹ ਬਹੁਤ ਚਿੰਤਤ ਰਹਿੰਦੀ ਸੀ। ਇੱਕ ਦਿਨ ਜਦੋਂ ਮੈਂ ਪੁੱਛਿਆ ਤਾਂ ਉਸਨੇ ਕਿਹਾ ਕਿ ਉਹ ਇਸ ਬਾਰੇ ਸੋਚ ਕੇ ਪਰੇਸ਼ਾਨ ਹੋ ਰਹੀ ਹੈ, ਜੇ ਮੈਂ ਬਿਮਾਰ ਹੀ ਰਹਾਂਗੀ ਤਾਂ ਮੈਂ ਕਿਵੇਂ ਪੜਾਂਗੀ। ਮੈਂ ਕਿਹਾ ਕਿ ਸਾਰੀ ਉਮਰ ਪੜ੍ਹਾਈ ਹੀ ਕਰਨੀ ਹੈ, ਪਰ ਸਿਹਤ ਵੀ ਜ਼ਰੂਰੀ ਹੈ। ਜ਼ਿੰਦਗੀ ਹੋਵੇਗੀ ਤਾਂ ਪੜ੍ਹੇਗੀ। ਇਸ ਤੋਂ ਬਾਅਦ ਵੀ ਉਸ ਦੀਆਂ ਮੁਸ਼ਕਲਾਂ ਘੱਟ ਨਹੀਂ ਹੋਈਆਂ। ਮੇਰੀ ਧੀ ਸਕੂਲੋਂ ਆਉਂਦੀ ਤਾਂ ਬਹੁਤ ਭੁੱਖੀ ਹੁੰਦੀ। ਉਹ ਕਹਿੰਦੀ, ਮੈਨੂੰ ਬਹੁਤ ਭੁੱਖ ਲੱਗੀ ਹੈ, ਮੈਨੂੰ ਖਾਣਾ ਦਿਓ, ਅਤੇ ਮੈਨੂੰ ਉਸ ਦੀ ਪਸੰਦ ਦਾ ਖਾਣਾ ਪਕਾਉਣਾ ਪੈਂਦਾ ਕਿਉਂਕਿ ਉਸ ਨੂੰ ਮੀਟ ਪਸੰਦ ਸੀ। ਉਹ ਸਬਜ਼ੀ ਨਹੀਂ ਖਾਂਦੀ ਸੀ ਅਤੇ ਰਾਤ ਨੂੰ ਦੁੱਧ ਪੀਂਦੀ ਸੀ। ਅਸੀਂ ਉਸ ਨੂੰ ਫਲ ਵੀ ਖਵਾਉਂਦੇ ਸੀ। ਇਸ ਸਭ ਤੇ ਕਾਫੀ ਪੈਸਾ ਖਰਚ ਹੋ ਜਾਂਦਾ ਸੀ। ਜਦੋਂ ਉਸ ਨੇ ਆਪਣੇ ਪਤੀ ਨੂੰ ਦੱਸਿਆ ਕਿ ਉਹ ਬਹੁਤ ਖਰਚ ਕਰ ਰਹੀ ਹੈ ਤਾਂ ਉਸਨੇ ਕਿਹਾ ਕਿ ਇੱਕ ਵਿਅਕਤੀ ਬੱਚਿਆਂ ਲਈ ਜਾਂ ਕਮਾਉਂਦਾ ਹੈ। ਵੈਸੇ ਉਸਨੇ ਇਹ ਬਹੁਤ ਵਧੀਆ ਕਿਹਾ।
ਇਹ ਧੀ ਉਸ ਦੀ ਨਹੀਂ ਸੀ, ਪਰ ਫਿਰ ਵੀ ਉਹ ਉਸ ਦਾ ਬਹੁਤ ਖਿਆਲ ਰੱਖਦਾ ਸੀ। ਮੈਂ ਹੈਰਾਨ ਸੀ ਕਿ ਮੇਰੀ ਧੀ ਹਫ਼ਤੇ ਦੇ ਅੰਦਰ ਅੰਦਰ ਬੇਹੋਸ਼ ਹੋ ਜਾਂਦੀ ਸੀ। ਜੇਕਰ ਉਹ ਸੰਜੋਗ ਨਾਲ ਬੇਹੋਸ਼ ਹੁੰਦੀ ਤਾਂ ਇੱਕ ਅੱਧੀ ਵਾਰ ਹੁੰਦੀ, ਪਰ ਉਹ ਹਰ ਹਫ਼ਤੇ ਬੇਹੋਸ਼ ਹੋ ਜਾਂਦੀ ਹੈ। ਮੈਂ ਉਸ ਨੂੰ ਪੁੱਛਿਆ ਕਿ ਤੁਹਾਨੂੰ ਹਫ਼ਤੇ ਦੇ ਕਿਸੇ ਇੱਕ ਦਿਨ ਆਮ ਨਾਲੋਂ ਜ਼ਿਆਦਾ ਕੰਮ ਮਿਲਦਾ ਹੈ? ਉਸ ਨੇ ਕਿਹਾ ਕਿ ਨਹੀਂ, ਅਜਿਹਾ ਕੁਝ ਨਹੀਂ ਹੈ, ਮੇਰੀ ਤਬੀਅਤ ਠੀਕ ਨਹੀਂ ਹੈ। ਪਰ ਉਹ ਮੇਰੇ ਪਤੀ ਨੂੰ ਆਪਣੇ ਦਿਲ ਦੀ ਗੱਲ ਦੱਸਦੀ ਸੀ। ਮੇਰਾ ਪਤੀ ਹੀ ਉਸ ਨੂੰ ਸ਼ਾਮ ਨੂੰ ਸੈਰ ਕਰਨ ਲਈ ਲੈ ਜਾਂਦਾ ਸੀ। ਉਹ ਕਹਿੰਦਾ ਸੀ ਕਿ ਮੈਂ ਉਸ ਨੂੰ ਬਾਹਰ ਲੈ ਜਾ ਰਿਹਾ ਹਾਂ ਤਾਂ ਕਿ ਉਸ ਦਾ ਮੂਡ ਚੰਗਾ ਹੋ ਜਾਵੇ। ਮੈਂ ਇੱਕ ਗੱਲ ਤੋਂ ਖੁਸ਼ ਸੀ ਕਿ ਉਹ ਮੇਰੀ ਧੀ ਦਾ ਬਹੁਤ ਖਿਆਲ ਰੱਖਦਾ ਸੀ, ਨਹੀਂ ਤਾਂ ਗੱਲ ਕਰਨ ਵਾਲੇ ਲੋਕ ਚੁੱਪ ਨਹੀਂ ਰਹਿੰਦੇ। ਸਾਰਿਆਂ ਨੇ ਕਿਹਾ ਕਿ ਇਹ ਤੁਹਾਡੀ ਧੀ ਲਈ ਅਜਨਬੀ ਹੈ, ਤੁਸੀਂ ਉਸ ਨਾਲ ਆਪਣੀ ਧੀ ਨੂੰ ਰੱਖੋਗੇ, ਉਸ ਤੋਂ ਚੰਗਾ ਹੈ ਤੁਸੀਂ ਉਸ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿਓ। ਕਈ ਵਾਰ ਇਹ ਸੋਚ ਕੇ ਮੈਨੂੰ ਆਪਣੇ ਪਤੀ ਤੇ ਸ਼ੱਕ ਹੋਣ ਲੱਗਦਾ, ਪਰ ਮੈਂ ਅਜਿਹਾ ਸ਼ੱਕ ਆਪਣੇ ਮਨ ਵਿੱਚ ਨਹੀਂ ਲਿਆਉਣਾ ਚਾਹੁੰਦੀ ਸੀ। ਵੈਸੇ ਵੀ ਮੇਰੇ ਪਤੀ ਨੇ ਮੇਰੇ ਨਾਲ ਚੰਗਾ ਵਿਹਾਰ ਕੀਤਾ, ਉਹ ਵੀ ਮੈਨੂੰ ਪਿਆਰ ਕਰਦਾ ਸੀ। ਇੰਨੇ ਸਾਲਾਂ ਵਿੱਚ ਉਸਨੇ ਮੈਨੂੰ ਬਹੁਤ ਇੱਜ਼ਤ ਦਿੱਤੀ ਅਤੇ ਵਾਹਿਗੁਰੂ ਨੇ ਸਾਨੂੰ ਦੁਬਾਰਾ ਕੋਈ ਬੱਚਾ ਨਹੀਂ ਦਿੱਤਾ। ਅਗਲੇ ਹਫ਼ਤੇ ਫਿਰ ਮੇਰੀ ਧੀ ਬੇਹੋਸ਼ ਹੋ ਗਈ ਅਤੇ ਉਹ ਵੀ ਹਫ਼ਤੇ ਦੇ ਦਿਨ, ਅਤੇ ਇਸ ਵਾਰ ਰਾਤ ਨੂੰ ਮੈਂ ਆਪਣੀ ਧੀ ਦੇ ਰੋਣ ਦੀ ਆਵਾਜ਼ ਸੁਣੀ। ਮੈਂ ਹੈਰਾਨ ਸੀ ਕਿ ਉਹ ਕਿਉਂ ਰੋ ਰਹੀ ਸੀ। ਮੈਂ ਅੰਦਰ ਚਲੀ ਗਈ। ਆਖਰਕਾਰ ਮੈਂ ਉਸ ਦੀ ਮਾਂ ਸੀ ਅਤੇ ਮੈਨੂੰ ਪਤਾ ਵੀ ਹੋਣਾ ਚਾਹੀਦਾ ਸੀ। ਉਸ ਨੇ ਕਿਹਾ ਕਿ ਮੈਂ ਬਿਮਾਰ ਹੋਣ ਕਾਰਨ ਚੰਗੀ ਤਰ੍ਹਾਂ ਪੜ੍ਹਾਈ ਨਹੀਂ ਕਰ ਪਾ ਰਹੀ ਹਾਂ। ਅੱਜ ਮੇਰੇ ਸਾਇੰਸ ਅਧਿਆਪਕ ਨੇ ਮੈਨੂੰ ਝਿੜਕਿਆ। ਮੈਂ ਕਿਹਾ ਕਿ ਉਸ ਨੂੰ ਨਹੀਂ ਪਤਾ ਕਿ ਤੁਸੀਂ ਬਿਮਾਰ ਹੋ। ਉਸ ਨੇ ਕਿਹਾ ਕਿ ਉਹ ਜਾਣਦਾ ਸੀ, ਪਰ ਫਿਰ ਮੈਂ ਮਨ ਵਿੱਚ ਫੈਸਲਾ ਕੀਤਾ ਕਿ ਮੈਨੂੰ ਸਕੂਲ ਜਾ ਕੇ ਗੱਲ ਕਰਨੀ ਚਾਹੀਦੀ ਹੈ। ਇਹ ਕੁੜੀਆਂ ਦਾ ਸਕੂਲ ਹੈ, ਉਹਨਾਂ ਨੇ ਮੇਰੇ ਪਤੀ ਨੂੰ ਅੰਦਰ ਨਹੀਂ ਜਾਣ ਦਿੱਤਾ ਹੋਵੇਗਾ। ਉਹ ਉਹਨਾਂ ਨਾਲ ਕਿਵੇਂ ਗੱਲ ਕਰ ਸਕਦਾ ਹੈ? ਮੈਨੂੰ ਉਸ ਤੇ ਕਲਾਸ ਟੀਚਰ ਨਾਲ ਖੁਦ ਗੱਲ ਕਰਨੀ ਚਾਹੀਦੀ ਹੈ। ਉਹ ਬਿਮਾਰ ਹੈ, ਉਸ ਨੂੰ ਘੱਟ ਕੰਮ ਦਿਓ ਅਤੇ ਜੇਕਰ ਉਹ ਕੋਈ ਗਲਤੀ ਕਰਦੀ ਹੈ ਤਾਂ ਉਸ ਨੂੰ ਸਜ਼ਾ ਨਾ ਦਿਓ। ਇੱਕ ਬਿਮਾਰ ਵਿਅਕਤੀ ਆਪਣੀ ਦੇਖਭਾਲ ਵੀ ਨਹੀਂ ਕਰ ਸਕਦਾ, ਉਹ ਪੜ੍ਹਾਈ ਕਿਵੇਂ ਕਰੇਗਾ? ਜਿੱਥੋਂ ਤੱਕ ਮੈਨੂੰ ਪਤਾ ਹੈ ਮੇਰੇ ਪਤੀ ਦੀ ਤਨਖਾਹ ਸਿਰਫ 15,000 ਰੁਪਏ ਸੀ, ਪਰ ਇੰਨੀ ਦਿਨੀ ਉਹਨਾਂ ਕੋਲ ਕਾਫੀ ਪੈਸਾ ਸੀ। ਜਦੋਂ ਮੈਂ ਪੁੱਛਿਆ ਤਾਂ ਉਸਨੇ ਕਿਹਾ ਕਿ ਉਸਨੇ ਕਾਰੋਬਾਰ ਵਿੱਚ ਪੈਸਾ ਲਗਾਇਆ ਹੈ, ਇਸ ਲਈ ਕਾਫੀ ਮੁਨਾਫਾ ਹੋ ਰਿਹਾ ਹੈ। ਮੈਂ ਕਿਹਾ ਠੀਕ ਹੈ, ਇਹ ਚੰਗੀ ਗੱਲ ਹੈ। ਦਿਨ ਐਵੇਂ ਹੀ ਲੰਘਣ ਲੱਗੇ। ਇੱਕ ਵਾਰ ਮੈਨੂੰ ਸਕੂਲ ਤੋਂ ਫੋਨ ਆਇਆ ਕਿ ਕੁੜੀ ਦੀ ਤਬੀਅਤ ਬਹੁਤ ਖਰਾਬ ਹੋ ਗਈ ਹੈ, ਉਸ ਨੂੰ ਲੈ ਜਾਓ। ਜਿਸ ਦਿਨ ਮੈਂ ਆਪਣੇ ਪਤੀ ਨੂੰ ਕਿਹਾ ਕਿ ਮੈਂ ਆਪ ਜਾਵਾਂਗੀ ਜਾਂ ਅਸੀਂ ਦੋਵੇਂ ਇਕੱਠੇ ਚੱਲਾਂਗੇ, ਇਹ ਜਾਣ ਕੇ ਮੇਰੇ ਪਤੀ ਦਾ ਚਿਹਰਾ ਪੂਰੀ ਤਰ੍ਹਾਂ ਫਿੱਕਾ ਪੈ ਗਿਆ। ਉਹ ਇੰਨਾ ਡਰਿਆ ਹੋਇਆ ਸੀ ਕਿ ਪਤਾ ਨਹੀਂ ਕੀ ਹੋਵੇਗਾ। ਉਸ ਨੇ ਕਿਹਾ ਨਹੀਂ, ਤੁਸੀਂ ਛੱਡੋ, ਮੈਂ ਆਪ ਹੀ ਜਾਵਾਂਗਾ। ਇਸ ਸਮੇਂ ਬਹੁਤ ਭੀੜ ਹੁੰਦੀ ਹੈ, ਤੁਸੀਂ ਕਿੱਥੇ ਜਾਓਗੇ? ਮੈਂ ਕਿਹਾ ਮੈਂ ਕਿਹੜਾ ਇਕੱਲਾ ਜਾਣਾ ਹੈ, ਤੁਸੀਂ ਵੀ ਮੇਰੇ ਨਾਲ ਚੱਲੋ, ਮੈਂ ਤੁਹਾਡੇ ਨਾਲ ਜਾਵਾਂਗੀ। ਮੇਰੇ ਪਤੀ ਨੇ ਕਿਹਾ ਨਹੀਂ, ਮੈਂ ਉਸ ਨੂੰ ਡਾਕਟਰ ਕੋਲ ਵੀ ਲੈ ਜਾਣਾ ਹੈ, ਉੱਥੇ ਬਹੁਤ ਭੀੜ ਹੁੰਦੀ ਹੈ ਤੇ ਉੱਥੇ ਬੈਠਣ ਲਈ ਵੀ ਥਾਂ ਨਹੀਂ ਹੁੰਦੀ। ਮੇਰੇ ਪਤੀ ਨੇ ਹਰ ਬਹਾਨਾ ਬਣਾਇਆ ਪਰ ਮੈਨੂੰ ਜਾਣ ਨਹੀਂ ਦਿੱਤਾ। ਉਹ ਮੇਰੀ ਧੀ ਨੂੰ 2-3 ਘੰਟੇ ਬਾਅਦ ਵਾਪਸ ਲੈ ਆਇਆ। ਮੈਨੂੰ ਦਾਲ ਵਿੱਚ ਕੁਝ ਕਾਲਾ ਲੱਗਿਆ, ਯਕੀਨੀ ਤੌਰ ਤੇ ਕੁਝ ਗਲਤ ਸੀ। ਮੇਰੇ ਪਤੀ ਦਾ ਚਿਹਰਾ ਦੱਸ ਰਿਹਾ ਸੀ ਕਿ ਉਹ ਮੇਰੇ ਨਾਲ ਝੂਠ ਬੋਲ ਰਿਹਾ ਸੀ ਤੇ ਉਹਨਾਂ ਦੋਹਾਂ ਪਿਓ ਧੀ ਵਿਚਕਾਰ ਕੁਝ ਚੱਲ ਰਿਹਾ ਸੀ ਅਤੇ ਮੇਰੇ ਪਤੀ ਵੀ ਇਸ ਦਾ ਸਮਰਥਨ ਕਰ ਰਹੇ ਸਨ। ਉਸ ਉਮਰ ਵਿੱਚ ਕੋਈ ਵੀ ਬੱਚਾ ਪੜ੍ਹਨਾ ਨਹੀਂ ਚਾਹੁੰਦਾ, ਪਰ ਮੇਰੀ ਧੀ ਅਜਿਹੀ ਨਹੀਂ ਸੀ ਅਤੇ ਮੇਰਾ ਪਤੀ ਵੀ ਬੇਵਕੂਫ ਨਹੀਂ ਸੀ। ਹੋ ਸਕਦਾ ਹੈ ਕਿ ਉਹ ਬੱਚਿਆਂ ਨਾਲ ਰਲ ਜਾਵੇ। ਇਸ ਲਈ ਮੈਂ ਫੈਸਲਾ ਕੀਤਾ ਕਿ ਮੈਂ ਹੁਣ ਫੋਨ ਦੀ ਉਡੀਕ ਨਹੀਂ ਕਰਾਂਗੀ। ਮੈਂ ਇਸ ਹਫ਼ਤੇ ਕੁਝ ਸਮਾਂ ਕੱਢਾਂਗੀ ਅਤੇ ਖੁਦ ਉਸ ਨੂੰ ਲੈਣ ਜਾਵਾਂਗੀ। ਮੈਂ ਪਤਾ ਕਰਾਂਗੀ ਕੀ ਹੁੰਦਾ ਹੈ ਕਿ ਮੇਰੀ ਧੀ ਇੰਨੀ ਥੱਕ ਜਾਂਦੀ ਹੈ ਅਤੇ ਮੈਂ ਉਸ ਦੀ ਕਲਾਸ ਟੀਚਰ ਨੂੰ ਪੁੱਛਾਂਗੀ ਕਿ ਕੀ ਉਸ ਨੂੰ ਅਜੇ ਕਮਰੇ ਵਿੱਚ ਤਾਂ ਨਹੀਂ ਪੜ੍ਹਾਇਆ ਜਾਂਦਾ ਜਿੱਥੇ ਪੱਖਾ ਨਹੀਂ ਹੈ, ਜਾਂ ਉਸ ਤੋਂ ਸਕੂਲ ਦਾ ਕੋਈ ਕੰਮ ਤਾਂ ਨਹੀਂ ਕਰਵਾਇਆ ਜਾਂਦਾ। ਮੇਰੀ ਬੇਟੀ ਬੇਹੋਸ਼ ਕਿਉਂ ਹੋ ਜਾਂਦੀ ਹੈ? ਉਹ ਸਕੂਲ ਵਾਲਿਆਂ ਤੋਂ ਇੰਨਾ ਕਿਉਂ ਡਰਦੀ ਹੈ? ਭਾਵੇਂ ਉਹ ਉਸ ਨਾਲ ਕੁਝ ਗਲਤ ਕਿਉਂ ਨਾ ਕਰ ਰਹੇ ਹੋਣ, ਪਰ ਉਹ ਘਰ ਆ ਕੇ ਬਿਲਕੁਲ ਨਹੀਂ ਦੱਸਦੀ। ਇਸ ਲਈ ਮੈਨੂੰ ਖੁਦ ਉੱਥੇ ਜਾ ਕੇ ਪਤਾ ਕਰਨਾ ਚਾਹੀਦਾ ਹੈ। ਇਸੇ ਲਈ ਮੈਂ ਉੱਥੇ ਜਾਣ ਦਾ ਫੈਸਲਾ ਕੀਤਾ। ਇੱਕ ਦਿਨ ਮੇਰਾ ਪਤੀ ਕੰਮ ਤੇ ਗਿਆ ਹੋਇਆ ਸੀ ਅਤੇ ਇਸ ਸਮੇਂ ਛੁੱਟੀ ਦੇ 2-3 ਘੰਟੇ ਬਾਕੀ ਸਨ। ਮੈਂ ਜਲਦੀ ਨਾਲ ਘਰ ਦਾ ਕੰਮ ਨਿਪਟਾਇਆ
ਅਤੇ ਆਪਣੀ ਧੀ ਦੇ ਸਕੂਲ ਵੱਲ ਚੱਲ ਪਈ। ਅਜੀਬ ਗੱਲ ਇਹ ਸੀ ਕਿ ਜਦੋਂ ਤੋਂ ਉਸ ਦਾ ਸਕੂਲ ਵਿੱਚ ਦਾਖਲਾ ਹੋਇਆ ਸੀ ਉਦੋਂ ਤੋਂ ਮੈਂ ਸਕੂਲ ਨਹੀਂ ਗਈ ਸੀ, ਕਿਉਂਕਿ ਘਰ ਦੇ ਕੰਮ ਕਦੇ ਖਤਮ ਨਹੀਂ ਹੁੰਦੇ ਸਨ। ਪਰ ਅੱਜ ਮੈਂ ਕਿਸੇ ਵੀ ਕੀਮਤ ਤੇ ਸਕੂਲ ਜਾਣਾ ਸੀ। ਜਦੋਂ ਮੈਂ ਰਿਕਸ਼ਾ ਵਾਲੇ ਨੂੰ ਪਤਾ ਸਮਝਾਇਆ ਅਤੇ ਕਿਹਾ ਕਿ ਮੈਂ ਇਸ ਸਕੂਲ ਵਿੱਚ ਜਾਣਾ ਹੈ ਤਾਂ ਉਸਨੇ ਕਿਹਾ ਕਿ ਉੱਥੇ ਇਸ ਨਾਂ ਦਾ ਕੋਈ ਸਕੂਲ ਨਹੀਂ ਹੈ। ਮੈਂ ਹੈਰਾਨ ਰਹਿ ਗਈ। ਮੈਂ ਸੋਚਿਆ ਸ਼ਾਇਦ ਰਿਕਸ਼ਾ ਵਾਲੇ ਨੂੰ ਕੁਝ ਨਹੀਂ ਪਤਾ। ਮੈਂ ਕਿਹਾ ਕਿ ਤੁਹਾਨੂੰ ਇਹ ਪਤਾ ਲੱਗ ਗਿਆ? ਤਾਂ ਉਸਨੇ ਕਿਹਾ ਹਾਂ। ਮੈਂ ਕਿਹਾ ਬਸ ਮੈਨੂੰ ਇਸ ਪਤੇ ਤੇ ਛੱਡ ਦਿਓ, ਮੈਂ ਸਕੂਲ ਆਪ ਲੱਭ ਲਵਾਂਗੀ। ਰਸਤੇ ਵਿੱਚ ਮੈਂ ਸੋਚ ਰਹੀ ਸੀ ਕਿ ਇੱਕ ਰਿਕਸ਼ਾ ਚਾਲਕ ਨੂੰ ਤਾਂ ਸਾਰਾ ਇਲਾਕਾ ਪਤਾ ਹੋਣਾ ਚਾਹੀਦਾ ਹੈ, ਪਰ ਉਹ ਕਿਹੋ ਜਿਹਾ ਰਿਕਸ਼ਾ ਚਾਲਕ ਹੈ ਜੋ ਕੁਝ ਨਹੀਂ ਜਾਣਦਾ। ਜਦੋਂ ਮੈਂ ਉੱਥੇ ਪਹੁੰਚੀ ਤਾਂ ਗਲੀ ਦੇ ਅੰਦਰ ਸਕੂਲ ਨਜ਼ਰ ਨਹੀਂ ਆ ਰਿਹਾ ਸੀ, ਪਰ ਮੇਰੀ ਧੀ ਇਸ ਸਕੂਲ ਦਾ ਨਾਂ ਦੱਸਦੀ ਸੀ। ਮੈਂ ਇੱਕ ਵੱਡੀ ਇਮਾਰਤ ਉੱਤੇ ਉਸ ਦਾ ਨਾਮ ਦੇਖਿਆ, ਪਰ ਉਹ ਬਹੁਤ ਪੁਰਾਣੀ ਸੀ ਅਤੇ ਕੋਈ ਇਸ ਨੂੰ ਪੜ੍ਹ ਵੀ ਨਹੀਂ ਸਕਦਾ ਸੀ। ਪਰ ਮੈਂ ਸਮਝ ਗਈ ਕਿ ਇਹ ਸਕੂਲ ਹੈ। ਫਿਰ ਮੈਂ ਦੇਖਿਆ ਕਿ ਦਰਵਾਜ਼ੇ ਦੇ ਬਾਹਰ ਨਾ ਤਾਂ ਕੋਈ ਪਹਿਰੇਦਾਰ ਬੈਠਾ ਸੀ ਅਤੇ ਨਾ ਹੀ ਨੇੜੇ ਕੋਈ ਬੱਚਾ ਜਾਂ ਕੋਈ ਤਿਆਰ ਵਿਅਕਤੀ ਖੜਾ ਸੀ। ਉੱਥੇ ਸਕੂਲ ਵਰਗਾ ਮਾਹੌਲ ਨਹੀਂ ਸੀ ਲੱਗਦਾ। ਫਿਰ ਮੈਂ ਅੰਦਰ ਜਾ ਕੇ ਦੇਖਿਆ ਤਾਂ ਅੰਦਰ ਬਹੁਤ ਸਾਰੇ ਕਮਰੇ ਸਨ ਅਤੇ ਉਹ ਅੰਦਰੋਂ ਸਕੂਲ ਨਹੀਂ ਲੱਗਦਾ ਸੀ। ਇਮਾਰਤ ਬਹੁਤ ਗੰਦੀ ਸੀ। ਜਦੋਂ ਮੈਂ ਇੱਕ ਪਾਸੇ ਦੇਖਿਆ ਤਾਂ ਅੰਦਰ ਇੱਕ ਆਦਮੀ ਬੈਠਾ ਸੀ ਜੋ ਨਸ਼ੇ ਵਿੱਚ ਸੀ। ਮੈਂ ਸੋਚਿਆ ਕਿ ਇੱਥੇ ਇਸ ਨਸ਼ੇੜੀ ਦਾ ਕੀ ਕੰਮ ਹੈ ਅਤੇ ਇਹ ਨਸ਼ੇੜੀ ਬੱਚਿਆਂ ਦੇ ਸਕੂਲ ਦੇ ਅੰਦਰ ਕਿਉਂ ਬੈਠਾ ਹੈ। ਇਸ ਨੂੰ ਕੋਈ ਪੁੱਛਣ ਵਾਲਾ ਨਹੀਂ ਹੈ। ਮੈਨੂੰ ਬਹੁਤ ਗੁੱਸਾ ਲੱਗਾ। ਮੈਂ ਸੋਚਿਆ ਕਿ ਜੇ ਮੈਂ ਪ੍ਰਿੰਸੀਪਲ ਨੂੰ ਮਿਲਾਂਗੀ ਤਾਂ ਇਸ ਬਾਰੇ ਜ਼ਰੂਰ ਗੱਲ ਕਰਾਂਗੀ। ਕੁਝ ਸਮੇਂ ਬਾਅਦ ਮੈਨੂੰ ਇੱਕ ਗੀਤ ਦੀ ਆਵਾਜ਼ ਸੁਣਾਈ ਦੇਣ ਲੱਗੀ ਜਿਸ ਤੇ ਖੂਬ ਨੱਚਿਆ ਜਾ ਸਕਦਾ ਸੀ, ਭਾਵੇਂ ਇਹ ਗੂੰਜ ਰਿਹਾ ਸੀ। ਮੈਂ ਕਿਹਾ ਸਕੂਲ ਦੇ ਅੰਦਰ ਗੀਤ ਕਿਉਂ ਗੂੰਜ ਰਿਹਾ ਹੈ? ਫਿਰ ਮਨ ਵਿੱਚ ਆਇਆ ਕਿ ਸ਼ਾਇਦ 15 ਅਗਸਤ ਆ ਰਿਹਾ ਹੈ, ਇਸ ਲਈ ਕਿਸੇ ਸਮਾਗਮ ਦੀਆਂ ਤਿਆਰੀਆਂ ਹੋ ਰਹੀਆਂ ਹਨ, ਕਿਉਂਕਿ ਸਮਾਗਮ ਹਮੇਸ਼ਾ ਸਕੂਲ ਵਿੱਚ ਹੁੰਦੇ ਹਨ ਤੇ ਕੁੜੀਆਂ ਇਸੇ ਤਰ੍ਹਾਂ ਦੇ ਗੀਤਾਂ ਤੇ ਡਾਂਸ ਆਦਿ ਕਰਦੀਆਂ ਸਨ। ਪਰ ਮੈਨੂੰ ਨਹੀਂ ਪਤਾ ਸੀ ਕਿ ਮੇਰੀ ਬੇਟੀ ਕਿਹੜੀ ਕਲਾਸ ਵਿੱਚ ਹੈ। ਹੁਣ ਮੈਂ ਸੋਚਣ ਲੱਗੀ ਕਿ ਜੇ ਮੈਨੂੰ ਕੋਈ ਕੁੜੀ ਮਿਲ ਜਾਵੇ ਤਾਂ ਮੈਂ ਉਸ ਨੂੰ ਪੁੱਛ ਲਵਾਂ ਮੇਰੀ ਧੀ ਦੀ ਕਲਾਸ ਕਿਹੜੀ ਹੈ। ਮੈਨੂੰ ਉੱਥੇ ਕੋਈ ਕੁੜੀ ਨਹੀਂ ਦਿਖੀ। ਫਿਰ ਮੈਂ ਇੱਕ ਔਰਤ ਨੂੰ ਦੇਖਿਆ ਜਿਸ ਨੇ ਬਹੁਤ ਹੀ ਅਜੀਬ ਕੱਪੜੇ ਪਾਏ ਹੋਏ ਸਨ ਅਤੇ ਉਸ ਔਰਤ ਨੇ ਬਹੁਤ ਮੇਕਅਪ ਕੀਤਾ ਹੋਇਆ ਸੀ। ਮੈਂ ਉਸ ਨੂੰ ਦੇਖ ਕੇ ਹੈਰਾਨ ਸੀ। ਉਸਨੇ ਕਿਹਾ ਕਿ ਤੁਸੀਂ ਕਿਸ ਨੂੰ ਮਿਲਣਾ ਹੈ? ਮੈਂ ਕਿਹਾ ਜੈਸਮੀਨ ਕਿਹੜੀ ਕਲਾਸ ਵਿੱਚ ਹੈ? ਤਾਂ ਉਹ ਕਹਿਣ ਲੱਗੀ ਕਿ ਤੁਸੀਂ ਕਿਸ ਕਲਾਸ ਬਾਰੇ ਪੁੱਛ ਰਹੇ ਹੋ ਦੀਦੀ? ਮੈਂ ਕਿਹਾ ਜੈਸਮੀਨ ਕਿੱਥੇ ਹੈ, ਤੁਹਾਨੂੰ ਪਤਾ ਹੈ? ਉਹ ਕਹਿਣ ਲੱਗੀ ਜੋ ਗੋਰੀ ਹੈ, ਜਿਸ ਦੀ ਗੱਲ ਤੇ ਤਿਲ ਹੈ ਵੀ ਹੈ। ਮੈਂ ਕਿਹਾ ਹਾਂ ਉਹੀ। ਉਹ ਕਹਿਣ ਲੱਗੀ ਉਹ ਇਸ ਸਮੇਂ ਵਿਅਸਤ ਹੈ। ਮੈਂ ਸੋਚਿਆ ਸ਼ਾਇਦ ਕੋਈ ਕਲਾਸ ਚੱਲ ਰਹੀ ਹੋਵੇਗੀ। ਫਿਰ ਮੈਂ ਕਿਹਾ ਠੀਕ ਹੈ, ਤੁਸੀਂ ਉਸ ਨੂੰ ਬੁਲਾ ਦਿਓ। ਉਸਨੇ ਕਿਹਾ ਕਿ ਉਹ ਅੱਧੇ ਘੰਟੇ ਬਾਅਦ ਫ੍ਰੀ ਹੋ ਜਾਵੇਗੀ। ਮੈਂ ਕਿਹਾ ਕਿ ਮੈਂ ਉਸਦੀ ਮਾਂ ਹਾਂ ਅਤੇ ਉਹ ਔਰਤ ਫਿਰ ਹੱਸਦੀ ਹੋਈ ਚਲੀ ਗਈ। ਪਤਾ ਨਹੀਂ ਉਹ ਮੇਰੇ ਤੇ ਕਿਉਂ ਹੱਸ ਰਹੀ ਸੀ। ਕੁਝ ਸਮੇਂ ਬਾਅਦ ਮੈਨੂੰ ਕੁਝ ਅਜੀਬ ਆਵਾਜ਼ਾਂ ਸੁਣਾਈ ਦੇਣ ਲੱਗ ਪਈਆਂ। ਮੈਂ ਹੈਰਾਨ ਸੀ। ਉਦੋਂ ਇੱਕ ਕਮਰੇ ਵਿੱਚੋਂ ਇੱਕ ਆਦਮੀ ਬਾਹਰ ਆਇਆ ਜੋ ਆਪਣੀ ਕਮੀਜ਼ ਦੇ ਬਟਨ ਬੰਦ ਕਰ ਰਿਹਾ ਸੀ ਅਤੇ ਇੱਕ ਕੁੜੀ ਵੀ ਉਸ ਆਦਮੀ ਦੇ ਪਿੱਛੇ ਸੀ। ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਕਿਉਂਕਿ ਉਹ ਕੁੜੀ ਕੋਈ ਹੋਰ ਨਹੀਂ, ਮੇਰੀ ਧੀ ਜੈਸਮੀਨ ਸੀ। ਮੈਂ ਹੈਰਾਨ ਰਹਿ ਗਈ ਅਤੇ ਇੱਕ ਪਲ ਵਿੱਚ ਮੈਂ ਸਮਝ ਗਈ ਕਿ ਇਹ ਸਕੂਲ ਨਹੀਂ ਬਲਕਿ ਇੱਕ ਵੇਸ਼ੀਆਂ ਦਾ ਘਰ ਸੀ। ਮੇਰੀ ਧੀ ਮੈਨੂੰ ਦੇਖ ਕੇ ਬਹੁਤ ਘਬਰਾ ਗਈ। ਉਸਨੇ ਆਪਣਾ ਸਿਰ ਨੀਵਾਂ ਕਰ ਲਿਆ। ਮੈਂ ਉਸ ਨੂੰ ਫੜ ਕੇ ਕਿਹਾ ਇੱਥੇ ਕੀ ਹੋ ਰਿਹਾ ਹੈ? ਤੁਸੀਂ ਇਹ ਸਭ ਕੀ ਕਰ ਰਹੇ ਹੋ? ਮੈਂ ਸੋਚਿਆ ਕਿ ਸ਼ਾਇਦ ਸਾਡੀ ਧੀ ਸਾਡੇ ਦੋਵਾਂ ਨਾਲ ਝੂਠ ਬੋਲਦੀ ਹੈ ਅਤੇ ਆਪਣੀ ਮਰਜ਼ੀ ਅਨੁਸਾਰ ਸਭ ਕੁਝ ਕਰ ਰਹੀ ਹੈ। ਪਰ ਉਹ ਰੋਣ ਲੱਗ ਪਈ ਤੇ ਫਿਰ ਇੱਕ ਔਰਤ ਉੱਥੇ ਆਈ ਅਤੇ ਪੁੱਛਿਆ ਕਿ ਤੁਸੀਂ ਉਸ ਨੂੰ ਕਿਉਂ ਮਾਰ ਰਹੇ ਹੋ? ਉਸ ਦਾ ਪਿਤਾ ਖੁਦ ਉਸ ਨੂੰ ਖੁਸ਼ੀ ਨਾਲ ਇੱਥੇ ਛੱਡ ਗਿਆ ਅਤੇ ਫਿਰ ਉਸਨੇ ਮੈਨੂੰ ਸਾਰੀ ਕਹਾਣੀ ਦੱਸੀ। ਉਹਨਾਂ ਨੇ ਕਿਹਾ ਕਿ ਇੱਥੇ ਲੋਕ ਆਪਣੀਆਂ ਧੀਆਂ ਨੂੰ ਛੱਡ ਕੇ ਚਲੇ ਜਾਂਦੇ ਹਨ। ਤੁਹਾਡਾ ਪਤੀ ਹੀ ਉਸ ਨੂੰ ਹਰ ਹਫ਼ਤੇ ਦੇ ਦਿਨ ਇੱਥੇ ਛੱਡ ਕੇ ਦੁਪਹਿਰ ਨੂੰ ਵਾਪਸ ਲੈ ਜਾਂਦਾ ਸੀ, ਪਰ ਤੁਹਾਡੀ ਧੀ ਹਰ ਹਫ਼ਤੇ ਇੱਥੇ ਬੇਹੋਸ਼ ਹੋ ਜਾਂਦੀ ਸੀ ਅਤੇ ਤੁਹਾਡਾ ਪਤੀ ਪੈਸੇ ਇਕੱਠੇ ਕਰਦਾ ਸੀ। ਤੇਰੇ ਪਤੀ ਨੇ ਮੈਨੂੰ ਘਰ ਦਾ ਨੰਬਰ ਵੀ ਦਿੱਤਾ ਸੀ ਅਤੇ ਕਿਹਾ ਸੀ ਕਿ ਮੇਰੀ ਪਤਨੀ ਨਾਲ ਇਸ ਤਰ੍ਹਾਂ ਗੱਲ ਕਰਿਓ ਕਿ ਉਸ ਨੂੰ ਸ਼ੱਕ ਨਾ ਹੋਵੇ।
ਜੇਕਰ ਤੁਸੀਂ ਇਸ ਤਰ੍ਹਾਂ ਦੀ ਗੱਲ ਕਰੋਗੇ ਤਾਂ ਮੈਂ ਖੁਦ ਸਮਝ ਜਾਵਾਂਗਾ। ਉਸਨੇ ਤੁਹਾਡੇ ਨਾਲ ਝੂਠ ਬੋਲਿਆ, ਪਰ ਉਸਨੇ ਸਾਨੂੰ ਦੱਸਿਆ ਕਿ ਉਸਦੀ ਮਾਂ ਨਹੀਂ ਹੈ, ਪਰ ਇਹ ਉਸਦੀ ਆਪਣੀ ਧੀ ਹੈ। ਉਹ ਇਸ ਕੁੜੀ ਦਾ ਇਕੱਲਾ ਮਾਲਕ ਹੈ। ਇਸ ਲਈ ਮੈਂ ਕਿਹਾ ਕਿ ਇਹ ਝੂਠ ਬੋਲ ਰਿਹਾ ਹੈ। ਇਹ ਉਸਦਾ ਪਿਤਾ ਨਹੀਂ ਬਲਕਿ ਇੱਕ ਕਸਾਈ ਹੈ। ਜੇਕਰ ਕੋਈ ਪਿਤਾ ਹੁੰਦਾ ਤਾਂ ਉਸ ਨਾਲ ਅਜਿਹਾ ਕੁਝ ਨਾ ਕਰਦਾ। ਇਹ ਸੁਣ ਕੇ ਉਹ ਹੱਸਣ ਲੱਗੀ ਅਤੇ ਕਿਹਾ ਕਿ ਨਹੀਂ, ਅਜਿਹਾ ਨਹੀਂ ਹੈ। ਇੱਥੇ ਅਜਿਹੀਆਂ ਕੁੜੀਆਂ ਵੀ ਆਉਂਦੀਆਂ ਹਨ ਜਿਨ੍ਹਾਂ ਨੂੰ ਉਹਨਾਂ ਦੇ ਮਾਪੇ ਨੇ ਛੱਡ ਦਿੱਤਾ ਸੀ। ਉਹ ਇਹ ਸਭ ਗਰੀਬੀ ਕਾਰਨ ਕਰਦੇ ਹਨ। ਪਰ ਜੇਕਰ ਤੁਹਾਨੂੰ ਇਹ ਨਹੀਂ ਪਤਾ ਤਾਂ ਇਸ ਵਿੱਚ ਸਾਡਾ ਕੀ ਕਸੂਰ ਹੈ। ਜੇ ਤੁਸੀਂ ਆਪਣੀ ਧੀ ਨੂੰ ਲੈ ਜਾਣਾ ਚਾਹੁੰਦੇ ਹੋ ਤਾਂ ਉਸ ਨੂੰ ਲੈ ਜਾਓ ਅਤੇ ਅਗਲੇ ਹਫ਼ਤੇ ਉਸ ਨੂੰ ਸਮੇਂ ਸਿਰ ਜ਼ਰੂਰ ਭੇਜ ਦਿਓ। ਮੈਂ ਚੁੱਪ ਰਹੀ ਕਿਉਂਕਿ ਮੈਂ ਉਹਨਾਂ ਲੋਕਾਂ ਦਾ ਸਾਹਮਣਾ ਨਹੀਂ ਕਰਨਾ ਚਾਹੁੰਦੀ ਸੀ। ਮੇਰਾ ਦੋਸ਼ੀ ਮੇਰਾ ਪਤੀ ਸੀ। ਮੈਂ ਘਰ ਗਈ ਤੇ ਸਿੱਧਾ ਪੁਲਿਸ ਕੋਲ ਜਾ ਕੇ ਸਾਰੀ ਗੱਲ ਦੱਸੀ। ਮੈਂ ਉਹਨਾਂ ਨੂੰ ਇਹ ਵੀ ਦੱਸਿਆ ਕਿ ਸਕੂਲ ਦੇ ਨਾਂ ਤੇ ਇਸ ਥਾਂ ਤੇ ਕਿਹੜਾ ਗੰਦਾ ਕਾਰੋਬਾਰ ਹੋ ਰਿਹਾ ਹੈ। ਮੈਂ ਆਪਣੇ ਪਤੀ ਖਿਲਾਫ ਵੀ ਕੇਸ ਦਰਜ ਕਰਵਾਇਆ। ਮੇਰਾ ਪਤੀ ਮੇਰੀ ਧੀ ਨੂੰ ਉੱਥੇ ਭੇਜਦਾ ਰਿਹਾ ਅਤੇ ਮੈਂ ਉਸ ਨੂੰ ਉਹ ਸਭ ਕੁਝ ਦੱਸ ਦਿੱਤਾ ਜੋ ਮੈਂ ਜਾਣਦੀ ਸੀ। ਖੁਸ਼ਕਿਸਮਤੀ ਨਾਲ ਉੱਥੇ ਇੱਕ ਸੀਨੀਅਰ ਪੁਲਿਸ ਅਧਿਕਾਰੀ ਵੀ ਖੜਾ ਸੀ ਜਿਸ ਨੇ ਮੈਨੂੰ ਦੇਖਿਆ ਤੇ ਮੈਂ ਉਸ ਨੂੰ ਸਾਰੀ ਗੱਲ ਦੱਸ ਦਿੱਤੀ। ਉਸ ਨੇ ਤੁਰੰਤ ਉੱਥੇ ਜਾਂਚ ਭੇਜ ਦਿੱਤੀ। ਉਹਨਾਂ ਸਾਰੇ ਲੋਕਾਂ ਦੇ ਨਾਲ ਮੇਰੇ ਪਤੀ ਨੂੰ ਵੀ ਹਿਰਾਸਤ 'ਚ ਲੈ ਲਿਆ ਗਿਆ। ਜੇ ਉਸ ਦੀ ਧੀ ਹੁੰਦੀ ਤਾਂ ਕੀ ਉਹ ਅਜਿਹਾ ਕਰਦਾ? ਉਸ ਨੇ ਸਿਰ ਝੁਕਾ ਕੇ ਕਿਹਾ ਕਿ ਮੇਰੇ ਅੰਦਰ ਸ਼ੈਤਾਨ ਜਾਗ ਗਿਆ। ਮੈਂ ਕਿਹਾ ਕਿ ਤੁਹਾਡੇ ਅੰਦਰ ਕੋਈ ਸ਼ੈਤਾਨ ਨਹੀਂ ਆਇਆ, ਸਗੋਂ ਤੁਸੀਂ ਖੁਦ ਸ਼ੈਤਾਨ ਹੋ। ਉਸ ਨੇ ਕਿਹਾ ਇਹ ਕੇਸ ਵਾਪਸ ਲੈ ਲਓ, ਭਾਵੇਂ ਤੁਸੀਂ ਮੈਨੂੰ ਆਪਣੇ ਹੱਥਾਂ ਨਾਲ ਕੁਝ ਸਜ਼ਾ ਦੇ ਦਿਓ। ਤੁਸੀਂ ਮੇਰੇ ਨਾਲ ਨਹੀਂ ਰਹਿ ਸਕਦੇ, ਪਰ ਕੇਸ ਵਾਪਸ ਲੈ ਲਓ। ਮੈਂ ਕਿਹਾ ਕਿ ਮੈਂ ਕੇਸ ਵਾਪਸ ਨਹੀਂ ਲਵਾਂਗੀ। ਤੁਸੀਂ ਵੀ ਉਸ ਦੇ ਗਰੋਹ ਵਿੱਚ ਸ਼ਾਮਲ ਸੀ। ਜੋ ਸਜ਼ਾ ਉਹਨਾਂ ਨੂੰ ਮਿਲੇਗੀ ਤੁਹਾਨੂੰ ਵੀ ਉਹੀ ਮਿਲੇਗੀ। ਮੈਂ ਉਸ ਖਿਲਾਫ ਕੇਸ ਵੀ ਦਰਜ ਕਰਵਾਇਆ ਸੀ। ਮੈਂ ਹੁਣ ਉਸ ਦੇ ਨਾਲ ਨਹੀਂ ਰਹਿਣਾ ਚਾਹੁੰਦੀ ਸੀ। ਮੇਰੀ ਧੀ ਦੀ ਇੱਜ਼ਤ ਬਰਬਾਦ ਹੋਣ ਤੋਂ ਬਚ ਗਈ। ਮੇਰੀ ਧੀ ਬੁੱਧੀਮਾਨ ਸੀ, ਨਹੀਂ ਤਾਂ ਉਸਦੇ ਮਤਰੇਏ ਪਿਤਾ ਨੇ ਕੋਈ ਕਸਰ ਨਹੀਂ ਛੱਡੀ ਸੀ। ਉਸ ਨੇ ਮੇਰੇ ਨਾਲ ਜੋ ਵੀ ਕੀਤਾ ਮੇਰੇ ਨਾਲ ਕੀਤਾ, ਪਰ ਮੈਂ ਆਪਣੀ ਧੀ ਨਾਲ ਅਜਿਹਾ ਕੁਝ ਵੀ ਬਰਦਾਸ਼ਤ ਨਹੀਂ ਕਰ ਸਕਦੀ ਸੀ। ਉਹ ਬਹੁਤ ਡਰੀ ਹੋਈ ਸੀ। ਉਸਨੇ ਮੈਨੂੰ ਕੁਝ ਨਹੀਂ ਦੱਸਿਆ। ਅਸੀਂ ਉਹ ਇਲਾਕਾ ਛੱਡ ਦਿੱਤਾ ਅਤੇ ਮੇਰੇ ਪਤੀ ਤੋਂ ਤਲਾਕ ਵੀ ਲੈ ਲਿਆ। ਇਸ ਤੋਂ ਬਾਅਦ ਮੈਂ ਕਿਸੇ ਹੋਰ ਇਲਾਕੇ ਵਿੱਚ ਆਪਣੇ ਭਰਾ ਦੇ ਘਰ ਗਈ ਜਿੱਥੇ ਮੇਰੀ ਧੀ ਬਾਰੇ ਕੋਈ ਨਹੀਂ ਜਾਣਦਾ ਸੀ। ਅਸਲ ਵਿੱਚ ਇਸ ਬਾਰੇ ਕਿਸੇ ਨੂੰ ਪਤਾ ਨਹੀਂ ਲੱਗਾ। ਮੈਂ ਕਿਸੇ ਕੋਲ ਇਸ ਦਾ ਜ਼ਿਕਰ ਕਰਨਾ ਵੀ ਨਹੀਂ ਚਾਹੁੰਦੀ ਸੀ। ਮੈਂ ਆਪਣੀ ਧੀ ਨੂੰ ਦੁਬਾਰਾ ਸਕੂਲ ਵਿੱਚ ਦਾਖਲਾ ਕਰਵਾਇਆ। ਉਸਨੇ ਬੜੀ ਮੁਸ਼ਕਲ ਨਾਲ 12ਵੀਂ ਪਾਸ ਕੀਤੀ। ਇਸ ਤੋਂ ਬਾਅਦ ਵੀ ਉਹ ਘਰ ਪੜ੍ਹਦੀ ਰਹੀ। ਇਸ ਲਈ ਮੈਂ ਉਸ ਦਾ ਵਿਆਹ ਕਰਵਾ ਲਿਆ। ਉਸ ਸਮੇਂ ਦੌਰਾਨ ਸਿਰਫ ਮੈਂ ਜਾਣਦੀ ਹਾਂ ਕਿ ਮੈਂ ਉਸ ਦੀ ਦੇਖਭਾਲ ਕਿਵੇਂ ਕੀਤੀ ਅਤੇ ਵਿਚਾਰੀ ਕੁੜੀ ਰਾਤ ਨੂੰ ਜਾਗਦੀ ਸੀ। ਹੁਣ ਵੀ ਜਦੋਂ ਮੈਂ ਇਸ ਬਾਰੇ ਸੋਚਦੀ ਹਾਂ ਤਾਂ ਮੇਰਾ ਦਿਲ ਮੇਰੇ ਮੂੰਹ ਵਿੱਚ ਆ ਜਾਂਦਾ ਹੈ। ਮੈਂ ਕੀ ਗਲਤ ਕੀਤਾ ਸੀ ਜੋ ਉਸਨੇ ਮੇਰੇ ਨਾਲ ਇੰਨਾ ਬੁਰਾ ਕੀਤਾ। ਵਾਹਿਗੁਰੂ ਸਭ ਦੀਆਂ ਧੀਆਂ ਨੂੰ ਆਪਣੇ ਚਰਨਾਂ ਵਿੱਚ ਰੱਖੇ ਅਤੇ ਉਹਨਾਂ ਨੂੰ ਚੰਗੇ ਭਾਗ ਬਖਸ਼ਿਸ਼ ਕਰੇ। ਤੁਸੀਂ ਹੀ ਦੱਸੋ ਇਸ ਵਿੱਚ ਮੇਰਾ ਕੀ ਕਸੂਰ ਸੀ? ਮੇਰੇ ਦੋਵੇਂ ਪਤੀ ਬੇਸ਼ਰਮ ਨਿਕਲੇ। ਦੋਸਤੋ, ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਸਾਡੀ ਵੀਡੀਓ ਨੂੰ ਲਾਈਕ ਕਰਨਾ, ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ। ਧੰਨਵਾਦ।